ਸਾਹਿਬ ਜੀਓ ਧੰਨ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਚਵਰ ਸ਼ਤਰ ਤਖਤ ਦੀ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਸਾਜੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ ਮਨੁੱਖਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੋਦ ਅੰਦਰ ਜੁੜ ਮਿਲ ਬੈਠੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਜੀ ਸਤ ਸੰਗਤ ਜੀਓ ਆਪ ਜੀ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਦਾਸ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਰੱਬੀ ਬਾਣੀ ਦੇ ਪਾਠ ਬੜੇ ਪਿਆਰ ਨਾਲ ਸ਼ਰਵਣ ਕੀਤੇ ਹਨ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਆਪ ਸਰਬੱਤ ਮਾਈ ਭਾਈ ਆਪਣੀ ਮਨ ਦੀਆਂ ਬਿਰਤੀਆਂ ਨੂੰ ਸੰਕੋਚ ਕਰਕੇ ਪਵਿੱਤਰ ਗੁਰਬਾਣੀ ਵਿਚਾਰ ਅੰਦਰ ਜੋੜਨ ਦਾ ਯਤਨ ਕਰਨਾ ਹੈ। ਆਓ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਸੰਗਤ ਆਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰੋਜ਼ ਆਪਾਂ ਗੁਰਮਤਿ ਵਿਚਾਰ ਦੀ ਸਾਂਝ ਪਾਉਂਦਿਆਂ ਹੋਇਆਂ ਵਿਚਾਰ ਕੀਤੀ ਸੀ ਕਿ ਮਨੁੱਖੀ ਮਨ ਦੇ ਭਟਕਣ ਦੇ ਤਿੰਨ ਕਾਰਨ ਨੇ। ਪਹਿਲਾ ਕਾਰਨ ਮਾਇਆ, ਦੂਸਰਾ ਕਾਰਨ ਵਿਸ਼ੇ ਵਿਕਾਰ ਤੇ ਤੀਸਰਾ ਕਾਰਨ ਜਿਹੜਾ ਹੈ ਉਹ ਹੈ ਮਨ ਅੰਦਰ ਕਿਸੇ ਦੇ ਪ੍ਰਤੀ ਵੈਰ ਵਿਰੋਧ ਵਾਲੀ ਭਾਵਨਾ ਆ ਜਾਣੀ। ਹੁਣ ਇਸ ਭਟਕਦੇ ਹੋਏ ਮਨ ਨੂੰ ਆਪਾਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਕਿਵੇਂ ਜੋੜਨਾ ਹੈ ਕਿ ਇਹਦੀ ਭਟਕਣਾ ਖਤਮ ਹੋ ਜਾਏ ਤੇ ਆਪਾਂ ਟਿਕ ਕੇ ਪਰਮਾਤਮਾ ਦੀ ਬੰਦਗੀ ਕਰ ਸਕੀਏ, ਨਾਮ ਜਪ ਸਕੀਏ, ਬਾਣੀ ਪੜ੍ਹ ਸਕੀਏ, ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜ ਸਕੀਏ। ਇਹ ਜਿਹੜੀ ਮਨ ਦੀ ਸਾਧਨਾ ਹੈ ਇਹ ਬੜੀ ਹੀ ਔਖੀ ਹੈ। ਇਹ ਸੁਖੈਨ ਨਹੀਂ, ਸੌਖੀ ਨਹੀਂ, ਬਹੁਤ ਹੀ ਔਖੀ ਹੈ। ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਵਾਲੇ ਪਾਸਿਓਂ ਰੋਕਣਾ, ਆਪਣੇ ਮਨ ਨੂੰ ਮੋਹ ਮਮਤਾ ਵਾਲੇ ਪਾਸਿਓਂ ਰੋਕਣਾ, ਆਪਣੇ ਮਨ ਨੂੰ ਵੈਰ ਵਿਰੋਧ ਈਰਖਾ ਔਗਣਾ ਵਾਲੇ ਪਾਸਿਓਂ ਰੋਕਣਾ ਤੇ ਅਕਾਲ ਪੁਰਖ ਵਾਲੇ ਪਾਸੇ ਲਾਉਣਾ। ਤਾਂ ਸਤਿਗੁਰ ਪਾਤਸ਼ਾਹ ਜੀ ਰੱਬੀ ਬਾਣੀ ਅੰਦਰ ਕਿਰਪਾ ਕਰਦੇ ਨੇ ਕਿ ਤੂੰ ਤਾਂ ਭਾਵੇਂ ਲੱਖ ਯਤਨ ਕਰੇ ਤੇਰਾ ਮਨ ਇਹ ਜਿਹੜਾ ਹੈ ਟਿਕ ਨਹੀਂ ਸਕਦਾ। ਹਾਂ, ਜੇ ਗੁਰੂ ਦੀ ਕਿਰਪਾ ਹੋ ਜਾਵੇ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਉਹਦੀ ਬਖਸ਼ਿਸ਼ ਹੋ ਜਾਵੇ, ਕਿਰਪਾ ਹੋ ਜਾਵੇ, ਤਾਂ ਇਹ ਭਟਕਦਾ ਹੋਇਆ ਮਨ ਜਿਹੜਾ ਕਿ ਹਰ ਛਿਨ ਹਰ ਘੜੀ ਇੱਕ ਥਾਂ ਤੇ ਬੈਠਦਾ ਨਹੀਂ ਬਲਕਿ ਇਹ ਭਟਕਣਾ ਵਿੱਚ ਪਾਈ ਰੱਖਦਾ।
ਗੁਰਦੇਵ ਤਾਂ ਇੱਥੋਂ ਤੱਕ ਆਖਦੇ ਨੇ, ਭਰਮੇ ਭੁੱਲਾ ਦਹਿ ਦਿਸਤਾਵੈ, ਨਿਮਕ ਮਾਹੇ 4 ਕੁੰਟ ਫਿਰ ਆਵੇ। ਇੰਨੀ ਰਫਤਾਰ ਇਸ ਮਨ ਦੀ ਵੀ ਇੱਕ ਨਿਮਕ ਕਹਿੰਦੇ ਨੇ ਅੱਖ ਦੇ ਝਮਕਣ ਜਿੰਨੇ ਸਮੇਂ ਨੂੰ, ਸਾਡੀ ਪਲਕ ਜਦੋਂ ਇੱਕ ਵਾਰ ਥੱਲੇ ਤੋਂ ਉੱਤੇ ਹੋ ਕੇ ਜਾਂਦੀ ਹੈ, ਇਹਨੂੰ ਕਹਿੰਦੇ ਨੇ ਹੋਰ ਜਾਂ ਇੱਕ ਨਿਮਕ। ਇੰਨੇ ਸਮੇਂ ਵਿੱਚ ਹੀ ਸਾਡਾ ਮਨ ਜਿਹੜਾ ਹੈ ਨਾ, ਚਾਰੇ ਦਿਸ਼ਾਵਾਂ ਦੀਆਂ ਯਾਤਰਾ ਕਰਕੇ ਫਿਰ ਇੱਥੇ ਆ ਜਾਂਦਾ। ਉਹ ਭਾਵੇਂ ਬਾਣੀ ਪੜ੍ਹਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ, ਤੁਸੀਂ ਵੇਖਿਆ ਹੋਵੇਗਾ ਵੀ ਆਪਾਂ ਬਾਣੀ ਤੇ ਆਰੰਭ ਕੀਤੀ ਹੈ, ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ, ਬਸ ਆਰੰਭਤਾ ਵੇਲੇ ਤਾਂ ਹਾਜ਼ਰ ਸੀ ਤੇ ਫਿਰ ਅਖੀਰ ਤੇ ਜਾ ਕੇ ਪਤਾ ਲੱਗਦਾ ਹੈ ਪਾਠ ਵੀ ਹੋ ਗਿਆ ਤੇ ਇਹ ਵੀ ਪਤਾ ਨਹੀਂ ਲੱਗਦਾ ਵੀ ਕਦੋਂ ਹੋ ਗਿਆ। ਅਖੀਰ ਤੇ ਜਾ ਕੇ ਫਿਰ ਉਦੋਂ ਮਨ ਹਾਜ਼ਰ ਹੋ ਜਾਂਦਾ ਹੈ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਹਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਦੋਂ ਪਤਾ ਲੱਗਦਾ ਹੈ ਸਾਰਾ ਪਾਠ ਹੋ ਗਿਆ। ਹੁਣ ਉਦੋਂ ਮਨ ਹਾਜ਼ਰ ਇਸ ਕਰਕੇ ਹੁੰਦਾ ਹੈ ਤਾਂ ਕਿ ਇਹਨੂੰ ਪਤਾ ਨਾ ਲੱਗ ਜੇ। ਜੇ ਇਹਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਸਾਰੇ ਪਾਠ ਵਿੱਚ ਗੈਰ ਹਾਜ਼ਰ ਰਿਹਾ, ਕਦੀ ਇਹ ਵਪਾਰ ਦੀਆਂ ਗੱਲਾਂ ਕਰ ਰਿਹਾ ਸੀ, ਹਰ ਰੋਜ਼ ਇੱਕ ਨਵੀਂ ਕਹਾਣੀ ਇਹ ਮਨੁੱਖੀ ਮਨ ਘੜ ਕੇ ਬੈਠ ਜਾਂਦਾ ਹੈ। ਜਦੋਂ ਵੀ ਪਾਠ ਕਰਨ ਬੈਠੋ, ਜਦੋਂ ਵੀ ਤੁਸੀਂ ਧਿਆਨ ਧਰਨ ਬੈਠੋ, ਇੱਕ ਨਵੀਂ ਕਹਾਣੀ ਰੋਜ਼ ਇਹ ਮਨ ਬਣਾ ਕੇ ਬੈਠ ਜਾਂਦਾ ਹੈ। ਤੇ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਇਹਨੂੰ ਫਿਰ ਜਿਸ ਪਾਸੇ ਆਪਾਂ ਲਾਈਏ ਇਹ ਉਹ ਉਸੇ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ। ਤੁਸੀਂ ਕਦੀ ਵੇਖੋ ਸਵੇਰੇ ਉੱਠਦੇ ਆ ਉਸ ਵਕਤ ਜਿਹੜਾ ਖਿਆਲ, ਜਿਹੜਾ ਫੁਰਨਾ ਮਨੁੱਖੀ ਮਨ ਵਿੱਚ ਪਹਿਲਾਂ ਉੱਠ ਜਾਵੇਗਾ, ਸਾਰਾ ਦਿਨ ਫਿਰ ਉਹੀ ਅੰਦਰ ਚੱਲਦਾ ਰਹਿੰਦਾ। ਜੇ ਕੋਈ ਮਨੁੱਖ ਸਵੇਰੇ ਉੱਠਦਿਆਂ ਅਖਬਾਰ ਤੇ ਮੈਗਜ਼ੀਨ ਪੜ੍ਹਦਾ, ਸਾਰਾ ਦਿਨ ਫਿਰ ਖਬਰਾਂ ਦੀਆਂ ਗੱਲਾਂ, ਮੈਗਜ਼ੀਨ ਦੀਆਂ ਗੱਲਾਂ ਕਰੀ ਜਾਂਦਾ। ਜੇ ਕੋਈ ਮਨੁੱਖ ਸਵੇਰੇ ਉੱਠਦਿਆਂ ਗੀਤ ਆਦਿਕ ਸੁਣਦਾ, ਫਿਰ ਸਾਰਾ ਦਿਨ ਗੀਤ ਗਾਈ ਜਾਵੇਗਾ। ਜੇ ਕੋਈ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ, ਗੁਰਬਾਣੀ ਸ਼ਬਦ ਕੀਰਤਨ ਗਾਉਂਦਾ, ਫਿਰ ਸਾਰਾ ਦਿਨ ਉਹਦੇ ਅੰਦਰੋਂ ਰੱਬੀ ਕੀਰਤਨ, ਉਹਦੇ ਅੰਦਰ ਨਾਮ ਦੀ ਗੱਲ ਚੱਲੇਗੀ। ਬਸ ਜਿਹੜੀ ਮਨੁੱਖੀ ਮਨ ਨੂੰ ਸਭ ਤੋਂ ਪਹਿਲਾਂ ਸੰਗਤ ਜਿਸ ਚੀਜ਼ ਦੀ ਮਿਲ ਗਈ, ਫਿਰ ਸਾਰਾ ਦਿਨ ਉਹਦਾ ਪ੍ਰਭਾਵ ਕਬੂਲ ਕਰਕੇ ਫਿਰ ਉਸੇ ਅਨੁਸਾਰ ਹੀ ਚੱਲਦਾ ਰਹੇ। ਰੱਬੀ ਬਾਣੀ ਅੰਦਰ ਗੁਰਦੇਵ ਆਖਦੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਇਸ ਮਨ ਨੂੰ ਜੇ ਤੁਸੀਂ ਮਾਇਆ ਨਾਲ ਜੋੜੋਗੇ ਤੇ ਸਾਰਾ ਦਿਨ ਮਾਇਆ ਦੀਆਂ ਗੱਲਾਂ, ਵਪਾਰ ਦੀਆਂ ਗੱਲਾਂ, ਧਨ ਦੌਲਤ ਦੀਆਂ ਗੱਲਾਂ, ਬਲਕਿ ਧਰਮ ਦੇ ਕੰਮ ਕਰਦਾ ਹੋਇਆ ਵੀ ਇਹਦੇ ਅੰਦਰ ਮਾਇਆ ਹੀ ਚੱਲੀ ਜਾਏ। ਤੇ ਜੇ ਇਹਨੂੰ ਤੁਸੀਂ ਆਨੰਦ ਸਰੂਪ ਪ੍ਰਭੂ ਪਰਮੇਸ਼ਰ ਨਾਲ ਜੋੜੋਗੇ ਤਾਂ ਸਾਰਾ ਦਿਨ ਪਰਮਾਤਮਾ ਦੀਆਂ ਗੱਲਾਂ ਕਰੇਗਾ। ਜੇ ਇਸ ਨੂੰ ਤੁਸੀਂ ਸਰੀਰ ਦੇ ਨਾਲ ਜੋੜੋਗੇ ਤਾਂ ਇਹ ਸਾਰਾ ਦਿਨ ਸਰੀਰ ਦੇ ਸੰਬੰਧਿਤ ਗੱਲਾਂ ਜਿਹੜੀਆਂ ਉਹ ਕਰਦਾ ਰਹੇਗਾ, ਸਾਰਾ ਦਿਨ ਸਰੀਰ ਦੀ ਮੋਹ ਮਮਤਾ ਵਿੱਚ ਫਸਿਆ ਰਹੇ। ਇਹ ਮਨ ਲੈ ਜੋ ਉਨਮਨ ਰਹਿ ਤੋ ਤੀਨ ਲੋਕੀ ਬਾतें ਕਹੈ। ਪਰ ਜੇ ਇਸੇ ਮਨ ਨੂੰ ਤੁਸੀਂ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲਵੋਗੇ ਤਾਂ ਸਾਰਾ ਦਿਨ ਪਰਮਾਤਮਾ ਦੀਆਂ ਗੱਲਾਂ, ਚੰਗੀਆਂ ਗੱਲਾਂ ਇਹ ਕਰੀ ਜਾਵੇਗਾ। ਤਾਂ ਸਾਡਾ ਮਨ ਜਿਹੜਾ ਉਹ ਪ੍ਰਭਾਵ ਕਬੂਲ ਕਰਦਾ ਹੈ। ਗੁਰਦੇਵ ਬੜੀ ਕਿਰਪਾ ਕਰਦੇ ਰੱਬੀ ਬਾਣੀ ਅੰਦਰ, ਤੇਰੇ ਇਸ ਭਟਕਦੇ ਹੋਏ ਮਨ ਨੂੰ ਟਿਕਾਉਣ ਦਾ ਕੇਵਲ ਇੱਕੋ ਇੱਕ ਤਰੀਕਾ ਹੈ, ਉਹ ਹੈ ਗੁਰਬਾਣੀ, ਉਹ ਹੈ ਗੁਰੂ ਦਾ ਗਿਆਨ। ਜਿਵੇਂ ਇੱਕ ਘੜਾ ਪਾਣੀ ਦੇ ਅਧੀਨ ਹੈ ਤੇ ਪਾਣੀ ਘੜੇ ਦੇ ਅਧੀਨ ਹੈ, ਇਸੇ ਤਰ੍ਹਾਂ ਇਹ ਮਨ ਗੁਰੂ ਦੇ ਅਧੀਨ ਹੈ। ਜੇ ਇਸ ਭਟਕਦੇ ਹੋਏ ਮਨ ਨੂੰ ਟਿਕਾ ਵਿੱਚ ਲੈ ਕੇ ਆਉਣਾ ਤਾਂ ਗੁਰੂ ਦੇ ਗਿਆਨ ਦੀ ਲੋੜ ਹੈ। ਗੁਰੂ ਦੇ ਗਿਆਨ ਤੋਂ ਬਿਨਾਂ ਇਹ ਭਟਕਦਾ ਹੋਇਆ ਮਨ ਟਿਕ ਹੀ ਨਹੀਂ ਸਕਦਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਉਹ ਗਿਆਨ ਹਾਸਲ ਨਹੀਂ ਹੁੰਦਾ। ਕਿਹੜਾ? ਜਿਸ ਗਿਆਨ ਦੇ ਨਾਲ ਇਸ ਮਨ ਦਾ ਟਿਕਾਅ ਬਣਨਾ ਹੈ। ਵੈਸੇ ਤੇ ਦੁਨੀਆ ਦੇ ਵਿੱਚ ਗਿਆਨ ਬਹੁਤ ਹੈ, ਪਰ ਹਰ ਇੱਕ ਬੰਦੇ ਦਾ ਮਨ ਤੇ ਨਹੀਂ ਨਾ ਟਿਕਿਆ ਹੋਇਆ। ਵੀ ਕੋਈ ਮਨੁੱਖ ਆਖੇ ਵੀ ਮੇਰੇ ਕੋਲ ਇੰਨੀਆਂ ਡਿਗਰੀਆਂ, ਮੈਂ ਇੰਨੀ ਪੜ੍ਹਾਈ ਕੀਤੀ ਹੋਈ ਏ, ਪਰ ਹਰ ਬੰਦਾ ਪੜ੍ਹਿਆ ਲਿਖਿਆ ਮਨ ਤੇ ਨਹੀਂ ਨਾ ਟਿਕਾ ਸਕਦਾ। ਤਾਂ ਉਹ ਗਿਆਨ, ਗੁਰ ਬਿਨ ਗਿਆਨ ਨਾ ਹੋਏ, ਉਹ ਗਿਆਨ ਜਿਹਦੇ ਨਾਲ ਇਸ ਮਨ ਦਾ ਟਿਕਾਅ ਬਣਨਾ ਹੈ, ਉਹ ਕੇਵਲ ਗੁਰੂ ਦੇ ਕੋਲ ਹੈ। ਤੇ ਉਹ ਗੁਰੂ ਦੇ ਕੋਲੋਂ ਗਿਆਨ ਹਾਸਲ ਕਰਕੇ ਇਸ ਮਨ ਨੂੰ ਸਦਾ ਪ੍ਰੇਰਿਤ ਕਰਦੇ ਰਹਿਣਾ ਹੈ। ਇਸ ਮਨ ਨੂੰ ਸਦਾ ਹੀ ਇਹ ਕਹਿੰਦੇ ਰਹਿਣਾ ਹੈ ਵੀ ਮਨਾ,
तू इहो जे कारज इहो जे काम नहीं करने जिंदे नाल तेनू पछतावा होए। ऐसा काम मूले ना कीचै जित अंत पछताईऐ। ए मेरे मन इहो जिहा काम नहीं करना जिंदे नाल तेनू फिर पछतावा होए, बाद विच तेनू दुखी होना पवे। हे मना तू इहो जे कारज करने ने जिंदे नाल गुरु दी ते परमेश्वर दी प्रसन्नता हासिल होवे। ਉਹ ਕਾਰਜ ਕਰਨੇ ਨੇ ਜਿਸ ਕਾਰਜ ਕੀਤਿਆਂ ਤੇਰਾ ਵੀ ਭਲਾ ਹੋਵੇ ਤੇ ਮਨੁੱਖਤਾ ਦਾ ਵੀ ਭਲਾ ਹੋਵੇ। ਉਹ ਕਾਰਜ ਨਹੀਂ ਕਰਨੇ ਜਿੰਦੇ ਨਾਲ ਤੂੰ ਆਪ ਵੀ ਦੁਖੀ ਹੋਵੇ ਤੇ ਦੂਜਿਆਂ ਨੂੰ ਵੀ ਦੁੱਖ ਦੇਵੇਂ। ਤਾਂ ਇਹ ਗੁਰਬਾਣੀ ਗਿਆਨ ਦੇ ਰਾਹੀਂ ਆਪਾਂ ਆਪਣੇ ਮਨ ਨੂੰ ਟਿਕਾ ਸਕਦੇ ਹਾਂ। ਗੁਰਦੇਵ ਰੱਬੀ ਬਾਣੀ ਅੰਦਰ ਇੱਥੋਂ ਤੱਕ ਕਿਰਪਾ ਕਰਦੇ ਨੇ, ਤੇਰਾ ਮਨ ਹੀ ਨਹੀਂ ਬਲਕਿ ਤੇਰੇ ਉਹ ਗਿਆਨ ਇੰਦਰੇ ਜਿਹੜੇ ਨੇ ਉਹ ਵੀ ਟਿਕ ਜਾਣਗੇ ਜਦੋਂ ਤੈਨੂੰ ਗੁਰੂ ਮਿਲ ਜਾਵੇ। ਜਬ ਗੁਰ ਮਿਲਿਆ ਤਬ ਮਨ ਵਸ ਆਇਆ ਧਾਵਤ ਪੰਚ ਰਹਾਏ। ਜਦੋਂ ਗੁਰੂ ਮਿਲ ਜਾਂਦਾ ਹੈ ਤਾਂ ਮਨ ਕਾਬੂ ਵਿੱਚ ਆ ਜਾਂਦਾ ਹੈ, ਤੇ ਜਦੋਂ ਇੱਕ ਮਨ ਕਾਬੂ ਵਿੱਚ ਆ ਜਾਂਦਾ ਹੈ ਤੇ ਉਹ ਗਿਆਨ ਇੰਦਰੇ ਵੀ ਫਿਰ ਭਟਕਣਾ ਉਹਨਾਂ ਦੀ ਵੀ ਖਤਮ ਹੋ ਜਾਂਦੀ ਹੈ, ਉਹ ਵੀ ਫਿਰ ਦੌੜਨਾ ਛੱਡ ਦਿੰਦੇ ਨੇ ਤੇ ਮਨੁੱਖ ਨੂੰ ਫਿਰ ਖੁਆਰ ਨਹੀਂ ਕਰਦੇ ਬਲਕਿ ਮਨੁੱਖੀ ਮਨ ਅੰਦਰ ਟਿਕ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਇੱਥੋਂ ਤੱਕ ਕਿਰਪਾ ਕਰਦੇ ਨੇ ਕਿ ਮੈਂ ਉਹ ਨਾਮ ਧਨ ਦੀ ਕਮਾਈ ਕਰ ਲਈ ਹੈ ਜਿੰਦੇ ਨਾਲ ਹੁਣ ਮੇਰਾ ਮਨ ਦੌੜਨੋਂ ਹਟ ਗਿਆ ਹੈ। ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਣ ਤੇ ਛੋਟਿਓ ਕਰ ਬੈਠੋ ਵਿਸ਼ਰਾਮ। ਹੇ ਮਾਂ ਹੁਣ ਮੈਂ ਉਹ ਪਰਮਾਤਮਾ ਦਾ ਨਾਮ ਧਨ ਹਾਸਲ ਕਰ ਲਿਆ ਜਿਹਦੇ ਨਾਲ ਮੇਰਾ ਮਨ ਹੁਣ ਦੌੜਦਾ ਨਹੀਂ, ਹੁਣ ਭਟਕਦਾ ਨਹੀਂ ਬਲਕਿ ਹੁਣ ਟਿਕਾ ਵਿੱਚ ਆ ਗਿਆ, ਟਿਕ ਗਿਆ, ਸਹਿਜ ਵਿੱਚ ਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰੱਬੀ ਬਾਣੀ ਅੰਦਰ ਇੱਥੋਂ ਤੱਕ ਬਚਨ ਕੀਤੇ, ਇਹ ਮਨੁਆ ਕਿਉਂ ਕਰ ਵਸ ਆਵੇ। ਇਹ ਮਨ ਕਿਵੇਂ ਵਸ ਵਿੱਚ ਆਵੇ, ਇਹਨੂੰ ਕਿਵੇਂ ਕਾਬੂ ਵਿੱਚ ਕੀਤਾ ਜਾਵੇ ਜਿਹੜਾ ਕਿ ਕਾਬੂ ਵਿੱਚ ਆਉਣਾ ਸੌਖਾ ਨਹੀਂ, ਜਿਹੜਾ ਇੱਕ ਪਲ ਵੀ ਇਹ ਟਿਕ ਕੇ ਬੈਠਣ ਨਹੀਂ ਦਿੰਦਾ। ਇਹ ਮਨ ਕਾਬੂ ਵਿੱਚ ਕਿਵੇਂ ਆਵੇ? ਤੇ ਗੁਰੂ ਸਾਹਿਬ ਆਖਦੇ ਨੇ ਗੁਰ ਪ੍ਰਸਾਦੀ ਠਾਕੀ ਹੈ। ਗੁਰੂ ਦੀ ਕਿਰਪਾ ਰਾਹੀਂ ਇਸ ਮਨ ਨੂੰ ਰੋਕਣਾ ਹੈ, ਰੋਕਣ ਦਾ ਯਤਨ ਕਰਨਾ ਹੈ। ਜਦੋਂ ਵੀ ਇਹ ਬੁਰੇ ਪਾਸੇ ਜਾਵੇ ਉਦੋਂ ਹੀ ਇਹਨੂੰ ਗੁਰੂ ਸ਼ਬਦ ਰਾਹੀਂ ਗੁਰੂ ਉਪਦੇਸ਼ ਰਾਹੀਂ ਰੋਕਣ ਦਾ ਯਤਨ ਕਰੀਏ। ਜਦੋਂ ਵੀ ਇਹ ਕੋਈ ਪਾਪ ਕਰਨ ਲੱਗੇ, ਗੁਨਾਹ ਕਰਨ ਲੱਗੇ, ਮਾੜੇ ਪਾਸੇ ਜਾਵੇ ਇਹਨੂੰ ਗੁਰੂ ਦੀ ਕਿਰਪਾ ਨਾਲ ਰੋਕਣ ਦਾ ਯਤਨ ਕਰੀਏ। ਇਹਨੂੰ ਬਾਰ-ਬਾਰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਬੇਅੰਤ ਵਾਰੀ ਸਮਝਾਇਆ, ਮਨ ਨੂੰ ਸੰਬੋਧਨ ਕਰਕੇ ਬਚਨ ਉਚਾਰਨ ਕੀਤੇ ਵੀ ਇਹ ਮਨ ਜਿਹੜਾ ਹੈ ਜਿਹੜਾ ਤੇਰੇ ਕੋਲੋਂ ਗਲਤ ਕੰਮ ਕਰਾਉਂਦਾ ਹੈ ਤੂੰ ਇਹਨੂੰ ਆਪਣੇ ਕਾਬੂ ਵਿੱਚ ਕਰ ਸਕੇ, ਇਹਨੂੰ ਵਸ ਵਿੱਚ ਕਰ ਸਕੇ। ਸਾਹਿਬ ਆਖਦੇ ਨੇ ਗੁਰ ਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੇ। ਗਿਆਨ ਵਾਲੀ ਮਤ ਲੈ ਕੇ ਤੇਰਾ ਇਹ ਮਨ ਤੇਰੇ ਘਰ ਵਿੱਚ ਟਿਕ ਸਕਦਾ ਹੈ, ਇਹਨੂੰ ਤੂੰ ਟਿਕਾ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕੇਵਲ ਸਿੱਖ ਨੂੰ ਹੀ ਨਹੀਂ ਬਲਕਿ ਹਰ ਉਹ ਮਨੁੱਖ ਨੂੰ ਇਹ ਗਿਆਨ ਦੇ ਰਾਹੀਂ ਉਪਦੇਸ਼ ਦਿੱਤਾ ਕਿ ਦੁਨੀਆ ਦਾ ਕੋਈ ਵੀ ਮਨੁੱਖ ਜਿਹੜਾ ਹੈ ਉਹ ਆਪਣੇ ਮਨ ਨੂੰ ਟਿਕਾ ਸਕਦਾ ਹੈ। ਦੁਨੀਆ ਦਾ ਕੋਈ ਵੀ ਮਨੁੱਖ, ਕਿਉਂਕਿ ਮਨ ਸਾਰਿਆਂ ਦਾ ਇੱਕੋ ਜਿਹਾ ਤਕਰੀਬਨ ਹੁੰਦਾ ਹੈ ਤੇ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਵੀ ਇੱਕੋ ਹੀ ਸਾਰਿਆਂ ਵਾਸਤੇ ਸਾਂਝਾ ਹੈ। ਇਹ ਕੇਵਲ ਸਿੱਖ ਵਾਸਤੇ ਨਹੀਂ, ਇਹ ਹਰ ਇੱਕ ਵਾਸਤੇ। ਤਾਂ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਕੇ ਇਹ ਗੱਲ ਦ੍ਰਿੜ ਕਰਵਾ ਦਿੱਤੀ। ਗੁਰਦੇਵ ਨੇ ਜੇ ਮੁਸਲਮਾਨ ਆਇਆ ਤੇ ਮੁਸਲਮਾਨ ਨੂੰ ਵੀ ਗੱਲ ਸਮਝਾ ਦਿੱਤੀ, ਜੇ ਹਿੰਦੂ ਆਇਆ ਤੇ ਹਿੰਦੂ ਨੂੰ ਵੀ ਗੱਲ ਸਮਝਾ ਦਿੱਤੀ। ਇੱਕ ਹਿੰਦੂ ਵੀਰ ਜਿਹੜਾ ਹੈ ਉਹ ਵੀ ਗੁਰੂ ਸਾਹਿਬ ਕੋਲੋਂ ਆ ਕੇ ਆਪਣੇ ਮਨ ਦੀ ਭਟਕਣਾ ਖਤਮ ਕਰ ਸਕਦਾ। ਇੱਕ ਮੁਸਲਮਾਨ ਵੀਰ ਜਿਹੜਾ ਉਹ ਵੀ ਆ ਕੇ ਗੁਰੂ ਸਾਹਿਬ ਕੋਲੋਂ ਆਪਣੇ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ। ਕਿੰਨੇ ਕਮਾਲ ਦਾ ਗਿਆਨ ਫਲਸਫਾ ਗੁਰੂ ਸਾਹਿਬ ਨੇ ਦਿੱਤਾ ਹੈ। ਕੋਈ ਭੇਦਭਾਵ ਨਹੀਂ, ਕੋਈ ਵਿਤਕਰਾ ਨਹੀਂ ਵੀ ਕੇਵਲ ਸਿੱਖ ਵਾਸਤੇ ਹੈ। ਗੁਰੂ ਵਾਸਤੇ ਉਹ ਹਰ ਇੱਕ ਮਨੁੱਖ ਸਿੱਖ ਹੈ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਜਿਹੜਾ ਕਿ ਗੁਰੂ ਦੀ ਗੱਲ ਨੂੰ ਮੰਨ ਕੇ ਜੀਵਨ ਦੇ ਵਿੱਚ ਕਮਾਉਣਾ ਚਾਹੁੰਦਾ ਹੈ। ਹਰ ਇੱਕ ਮਨੁੱਖ ਸਿੱਖ ਹੈ, ਕੋਈ ਵੀ ਹੋ ਸਕਦਾ ਹੈ। ਤਾਂ ਬੜੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਇੱਕ ਮੁਸਲਮਾਨ ਨੂੰ ਵੀ ਸਮਝਾਤਾ। ਤੁਰਕ ਤਰੀਕਤ ਜਾਣੀ ਹੈ ਹਿੰਦੂ ਵੇਦ ਪੁਰਾਣ। ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਤੁਰਕ ਭਾਵ ਮੁਸਲਮਾਨ। ਇੱਕ ਮੁਸਲਮਾਨ ਨੂੰ ਤਰੀਕਤ ਇੱਕ ਐਸਾ ਢੰਗ, ਇੱਕ ਤਰੀਕਾ ਹੈ ਇਸਲਾਮ ਮਤ ਵਿੱਚ। ਜਿਹੜੇ ਮੁਸਲਮਾਨ ਫਕੀਰ ਨੇ ਉਹਨਾਂ ਨੇ 4 ਰਸਤੇ ਮੰਨੇ ਨੇ ਪਰਮਾਤਮਾ ਦੀ ਪ੍ਰਾਪਤੀ ਦੇ।
ਪਹਿਲਾ ਉਹ ਮੰਨਦੇ ਨੇ ਸ਼ਰੀਅਤ ਨੂੰ, ਸ਼ਰਾ ਅਨੁਸਾਰ। ਦੂਸਰਾ ਤਰੀਕਤ। ਤਰੀਕਤ ਕਹਿੰਦੇ ਨੇ ਆਪਣੇ ਮਨ ਨੂੰ ਪਵਿੱਤਰ ਕਰਨ ਦੇ ਤਰੀਕੇ, ਆਪਣੇ ਮਨ ਨੂੰ ਸ਼ੁੱਧ ਕਰਨ ਦੇ ਢੰਗ, ਤਰੀਕਤ। ਤੀਸਰਾ ਹੈ ਮਾਰਫਤ। ਚੌਥਾ ਹਕੀਕਤ। ਇਹ ਚਾਰ ਰਸਤੇ ਇਸਲਾਮ ਮਤ ਵਿੱਚ ਮੰਨੇ ਗਏ ਨੇ ਪਰਮਾਤਮਾ ਦੀ ਪ੍ਰਾਪਤੀ ਦੇ। ਇੱਥੇ ਗੁਰੂ ਸਾਹਿਬ ਨੇ ਆਖਿਆ ਤਰੀਕਤ। ਤਰੀਕਤ ਦਾ ਭਾਵ ਹੈ ਆਪਣੇ ਮਨ ਨੂੰ ਪਵਿੱਤਰ ਰੱਖਣ ਦਾ ਢੰਗ, ਤਰੀਕਾ, ਜੁਗਤ। ਹੈ ਮੁਸਲਮਾਨ, ਸਭ ਤੋਂ ਚੰਗਾ ਉਹ ਤਰੀਕਾ ਹੈ ਜਿਹੜਾ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ। ਹਿੰਦੂ ਵੇਦ ਪੁਰਾਣ ਤੇ ਹਿੰਦੂ ਵੀਰ ਨੂੰ ਆਪਣੇ ਪੁਰਾਣਾਂ ਤੇ ਵੇਦਾਂ ਨੂੰ ਪੜ੍ਹਨਾ ਚਾਹੀਦਾ ਹੈ। ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਏ ਗਿਆਨ। ਇਸ ਮਨ ਨੂੰ ਸਮਝਾਉਣ ਵਾਸਤੇ, ਟਿਕਾਉਣ ਵਾਸਤੇ, ਪਰਮਾਤਮਾ ਨਾਲ ਜੋੜਨ ਵਾਸਤੇ ਕੁਝ ਨਾ ਕੁਝ ਗਿਆਨ ਜਿਹੜਾ ਹਮੇਸ਼ਾ ਦਿੰਦੇ ਰਹਿਣਾ ਚਾਹੀਦਾ ਹੈ। ਭਾਵ ਮਨ ਨੂੰ ਚੰਗੀ ਸਿੱਖਿਆ ਦਿੰਦੇ ਰਹਿਣਾ ਚਾਹੀਦਾ ਹੈ। ਇਹ ਮਨ ਨੂੰ ਚੰਗੀ ਸਿੱਖਿਆ ਨਹੀਂ ਦੋਗੇ, ਇਹ ਮਨ ਸ਼ੈਤਾਨ ਦਾ ਘਰ ਬਣ ਜਾਵੇਗਾ। ਇਹੀ ਮਨ ਸਾਨੂੰ ਗਲਤ ਪਾਸੇ ਰਹਿ ਕੇ ਪਤਾ ਨਹੀਂ ਕਿੰਨੇ ਕੁ ਮਾੜੇ ਕੰਮ ਕਰਵਾ ਦੇ। ਪਰ ਦੂਜੇ ਪਾਸੇ ਜਦੋਂ ਗੁਰਬਾਣੀ ਉਪਦੇਸ਼ ਲੈ ਕੇ ਚੱਲਾਂਗੇ, ਇਹੀ ਮਨ ਜਿਹੜਾ ਬੜੇ ਕਾਰਜ ਵੀ ਸਵਾਰ ਦਿੰਦਾ ਹੈ। ਤਾਂ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਇਹ ਮਨ ਨੂੰ ਟਿਕਾਉਣ ਦੀ ਗੱਲ ਗਿਆਨ ਦੇ ਰਾਹੀਂ, ਕਈ ਸੱਜਣ ਇਹ ਗੱਲ ਕਹਿੰਦੇ ਨੇ ਵੀ ਮਨ ਟਿਕੇਗਾ ਤੇ ਬਾਣੀ ਪੜਾਂਗੇ, ਮਨ ਟਿਕੇਗਾ ਤੇ ਸਿਮਰਨ ਕਰਾਂਗੇ। ਪਰ ਨਹੀਂ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਜੇ ਸਿਮਰਨ ਕਰੇਗਾ ਤੇ ਮਨ ਟਿਕੇਗਾ, ਬਾਣੀ ਪੜ੍ਹੇਗਾ ਤੇ ਮਨ ਟਿਕੇਗਾ। ਪਰ ਇਹ ਤਾਂ ਸਾਡੇ ਕੋਲ ਬਹਾਨਾ ਹੁੰਦਾ ਹੈ ਵੀ ਆਪਾਂ ਕਹਿ ਦਿੰਦੇ ਵੀ ਮਨ ਟਿਕੇਗਾ ਤੇ ਬਾਣੀ ਪੜ੍ਹ ਲਵਾਂਗੇ, ਮਨ ਟਿਕੇਗਾ ਸਿਮਰਨ ਕਰਾਂਗੇ, ਮਨ ਟਿਕੇਗਾ ਸੇਵਾ ਕਰਾਂਗੇ। ਨਹੀਂ, ਇਹ ਸਾਰੇ ਦੇ ਸਾਰੇ ਕਾਰਜ ਕਰਨੇ ਹੀ ਇਸ ਕਰਨੇ ਮਨ ਟਿਕ ਜਾਵੇ। ਬਲਕਿ ਗੁਰਦੇਵ ਤਾਂ ਸਾਨੂੰ ਆਖਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਜੇ ਤੂੰ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪੇਗਾ ਤਾਂ ਤੇਰੇ ਮਨ ਦੇ ਅੰਦਰ ਦੀ ਚਿੰਤਾ ਖਤਮ ਹੋ ਜਾਵੇਗੀ। ਜਿਹੜੇ ਨਾਮ ਅਭਿਆਸੀ ਨੇ, ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਸਹਿਜੇ ਸਹਿਜੇ ਜਿਵੇਂ ਜਿਵੇਂ ਉਹਨਾਂ ਦਾ ਨਾਮ ਅਭਿਆਸ ਵੱਧਦਾ ਹੈ, ਸਿਮਰਨ ਦਾ ਸਮਾਂ ਵੱਧਦਾ ਹੈ, ਹੌਲੀ ਹੌਲੀ ਉਹਨਾਂ ਦਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਇੱਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਮਨ ਬਿਲਕੁਲ ਅੰਦਰੋਂ ਟਿਕ ਜਾਂਦਾ ਹੈ, ਫਿਰ ਭਟਕਣਾ ਖਤਮ ਹੋ ਜਾਂਦਾ ਹੈ। ਹੁਣ ਭਾਵੇਂ ਦੁਨੀਆ ਦੇ ਕਾਰਜ ਕਰਦੇ ਨੇ, ਸੰਸਾਰ ਦੇ ਕਾਰਜ ਕਰਦੇ ਨੇ, ਪਰ ਉਹਨਾਂ ਦਾ ਮਨ ਅੰਦਰੋਂ ਪਰਮਾਤਮਾ ਨਾਲ ਸਦਾ ਜੁੜਿਆ ਰਹਿੰਦਾ ਹੈ। ਉਹ ਜੁੜੇ ਹੋਏ ਮਨ ਦੇ ਨਾਲ ਉਹ ਜਿੱਥੇ ਅੰਦਰੋਂ ਪਰਮਾਤਮਾ ਦੀ ਬੰਦਗੀ ਕਰ ਰਹੇ ਹੁੰਦੇ ਨੇ, ਉੱਥੇ ਦੁਨੀਆ ਦੇ ਕਾਰ ਵਿਹਾਰ ਵੀ ਕਰ ਰਹੇ ਹੁੰਦੇ ਨੇ। ਹੁਣ ਜਿਹੜੇ ਸੱਜਣ ਇਹ ਕਹਿੰਦੇ ਨੇ ਵੀ ਬਾਣੀ ਪੜਨ ਦਾ ਕੀ ਫਾਇਦਾ ਜੇ ਮਨ ਨਹੀਂ ਟਿਕਦਾ, ਸਿਮਰਨ ਕਰਨ ਦਾ ਕੀ ਫਾਇਦਾ ਜੇ ਮਨ ਨਹੀਂ ਟਿਕਦਾ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ, ਜਿੱਥੇ ਅਪਾਰ ਕਿਰਪਾ ਸਤਿਗੁਰੂ ਪਾਤਸ਼ਾਹ ਜੀ ਦੇ ਉੱਤੇ ਧੰਨ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਜੀ ਨੇ ਕੀਤੀ, ਨਿੱਕੜੀ ਉਮਰ ਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲੀ। ਉਹੀ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਕੁਝ ਸਿੱਖ ਆਏ ਤੇ ਆ ਕੇ ਆਖਿਆ, ਸਤਿਗੁਰੂ ਸਾਡਾ ਮਨ ਨਹੀਂ ਟਿਕਦਾ, ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਤੇ ਸਾਡਾ ਮਨ ਨਹੀਂ ਟਿਕਦਾ, ਤੇ ਬਾਣੀ ਪੜ੍ਹਨ ਦਾ ਫਿਰ ਕੀ ਫਾਇਦਾ, ਫਿਰ ਸਿਮਰਨ ਕਰਨ ਦਾ ਕੀ ਫਾਇਦਾ ਜੇ ਮਨ ਹੀ ਨਹੀਂ ਟਿਕਦਾ। ਤੇ ਧੰਨ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਜੀ ਨੇ ਉਸ ਸਮੇਂ ਸਿੱਖਾਂ ਨੂੰ ਆਖਿਆ, ਕਹਿਣ ਲੱਗੇ ਕੱਲ ਨੂੰ ਤੁਹਾਡੇ ਇਸ ਸਵਾਲ ਦਾ ਜਵਾਬ ਦਿਆਂਗੇ। ਜਦੋਂ ਅਗਲਾ ਦਿਨ ਚੜ੍ਹਿਆ, ਧੰਨ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਗਏ ਤੇ ਨਾਲ ਉਹ ਸਿੱਖ ਵੀ ਗਏ ਜਿਹੜੇ ਇਹ ਕਹਿੰਦੇ ਸਨ ਵੀ ਸਤਿਗੁਰੂ ਸਿਮਰਨ ਕਰਨ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਕੀ ਫਾਇਦਾ। ਤਾਂ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਉਹ ਸਿੱਖ ਨੇ ਦੂਰ ਰੇਤਲੀ ਜਗ੍ਹਾ ਦੇ ਉੱਤੇ ਕੁਝ ਘੜੇ ਦੀਆਂ ਠਿਕਰੀਆਂ ਜਿਹੜੀਆਂ ਨੇ ਉਹ ਚਮਕ ਰਹੀਆਂ ਸਨ। ਪੁਰਾਣੇ ਸਮਿਆਂ ਵਿੱਚ ਘੜੇ ਦੀ ਵਰਤੋਂ ਪਾਣੀ ਵਾਸਤੇ ਵੀ ਕੀਤੀ ਜਾਂਦੀ ਸੀ ਤੇ ਆਖਰ ਦੁੱਧ ਵੀ ਰਿੜਕਿਆ ਜਾਂਦਾ ਸੀ ਤੇ ਦੁੱਧ ਰਿੜਕਣ ਤੋਂ ਬਾਅਦ ਘਿਓ ਜਿਹੜਾ ਮੱਖਣ ਵਿੱਚੋਂ ਨਿਕਲਦਾ ਹੁੰਦਾ ਸੀ। ਹੁਣ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਨੂੰ ਪੁੱਛਿਆ ਵੀ ਉਹ ਸਾਹਮਣੇ ਜਿਹੜੀ ਚੀਜ਼ ਚਮਕ ਰਹੀ ਹੈ ਉਹ ਕੀ ਹੈ। ਤੇ ਉਹ ਸਿੱਖਾਂ ਨੇ ਆਖਿਆ, ਸਤਿਗੁਰੂ ਸਾਨੂੰ ਤੇ ਨਹੀਂ ਪਤਾ। ਮਹਾਰਾਜ ਪਾਤਸ਼ਾਹ ਜੀ ਨੇ ਆਖਿਆ, ਕਹਿਣਗੇ ਅਸਲ ਦੇ ਵਿੱਚ ਉਹ ਘੜੇ ਦੀਆਂ ਠਿਕਰੀਆਂ ਤੇ ਉਹ ਚਮਕ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਚਮਕ ਕਿਉਂ ਰਹੀ ਹੈ? ਗੁਰਦੇਵ ਕਹਿਣ ਲੱਗੇ ਨੇ ਚਮਕਣ ਦਾ ਕਾਰਨ ਇਹ ਹੈ ਕਿਉਂਕਿ
इस घड़े दे अंदर कदी दुध रिड़किया जाता सी ते वो घ्यो जिहड़ा इहदे अंदर समा गया। हुण वो समाया होया घ्यो जिहड़ा है गुरुदेव कहन लगे भी वो चमकदा है। सतगुरु पातशाह जीओ इहदा साडे सवाल दे नाल की संबंध है? सतगुरु कहन लगे संबंध है जेड़े मनुख बाणी पढ़ते हैं, जेड़े मनुख सिमरन करते हैं, याद रखियो वो इस घड़े वर्गे ने जेड़े जिस दे अंदर की कदी घ्यो सी, दुध रिड़किया जाता सी, वो घ्यो इहदे अंदर समा गया ते अज चमक मौजूद है। जेड़े मनुख नाम जपते ने, सिमरन करते ने, वो सिमरन वो बाणी अपना प्रभाव मनुखी मन ते जरूर छड्डदी है। समा पा के मनुखी मन भी इस ठिकरी वांगू चमकन लग पैंदा है ते जेड़े मनुख नाम जपदे ही नहीं, सिमरन करदे ही नहीं, ये उन्हां घड़ियां वर्गे ने जिन्हां दे अंदर कोई भी चमक नहीं। तां ये नाम अपना प्रभाव जरूर छड्डदा है। गुरबाणी ज्ञान अपना प्रभाव मनुखी मन ते जरूर छड्डदे ने। इस करके कुछ भी हो जावे, जे कदी मन ना भी करे ना ते तां भी सानू नितनेम नहीं छड्डना चाहिए। मन ना भी करे सिमरन नहीं छड्डना चाहिए। मन ना भी करे सत्संग कदी नहीं छड्डना चाहिए। मन ते चाहुंदा ही नहीं, मन ते चाहुंदा ही नहीं भी असीं सिमरन करिए, मन चाहुंदा ही नहीं बाणी पढ़ीए, मन ते चाहुंदा ही नहीं आपां चंगे पासे जाइए। ये ते चाहुंदा है भी मैं हमेशा बुरे ही काम करां ते बुरे कम्मां विचों रस लवां। भावें वो कन्ना दे राही निंदिया दा रस होवे, चुगली दा रस होवे, जुबान दे राही पदार्थां दा रस होवे, या इस जुबान दे राही भैड़े बोलां दा रस होवे, अखां दे राही पराए तन धन दा रस होवे। ये ते चाहुंदा नहीं, ये ते चाहुंदा मैनूं वो विषय विकारां दा रस मिलदा रहे। तो सतगुरु पातशाह जी आखदे ने भाई ये कदी भी सानू अभ्यास छड्डना नहीं चाहिए। मन पिछे लग के सानू बाणी पढ़नी या सिमरन करना नहीं छड्डना चाहिए। कोई मनुख भी सानू आके कह देवे भी कोई फायदा नहीं, तां भी सानू उस मनुख पिछे लग के कदी भी अपना नाम अभ्यास, कदी भी सिमरन अभ्यास, बाणी का अभ्यास कदी नहीं छड्डना चाहिए। धन गुरु गुरु ग्रंथ साहिब महाराज पातशाह जी की बाणी जिथे सानू मन नू पवित्र करने का एक बड़ा प्यारा तरीका दसदी, उत्थे भाई गुरदास जी ने भी बड़ा प्यारा सानू उपदेश दिता है। भाई गुरदास जी वो सिख ने जिन्हों ने बाणी अपने हथी लिखी है। पहले सिख भाई गुरदास जी जिन्हों ने अपने हथी गुरबाणी का एक एक अखर जिहड़ा लिखे है। वो भाई गुरदास जी जदों अपनी बाणी लिखते हैं तो उदों सिख नूं उस बाणी विचों भी नसीहत देते हैं, सिक्ख्या देते हैं। भाई गुरदास जी ने कुछ उदाहरणा दित्तियां ने बड़े कमाल दियां। वो आखते ने जिवें पानी तो बिना अंबर मैला हो जाता है, आकाश मैला हो जाता है। तुसीं वेखो जे आकाश चों मींह ना पवे तो ये आकाश भी तुहानूं मैला ही नज़र आएगा, मलीन नज़र आएगा। दूसरी उदाहरण वो देंदे ने भी जे केसां दे विच तेल ना लाया जाए तो कंघा ना फेरिया जाए तो कुछ समय बाद ये भी एक भयानक डरावने मनुख वर्गे ही नज़र आउण लग पे। कोई डरावना मनुख होवे जे तुसी केसां विच कंघा ना फेरो, तेल ना लावो तो मनुख डरावना जिहा नज़र आवेगा, भूतना जिहा नज़र आवेगा। भाई गुरदास जी आखदे ने जैसे जल धोए बिन अंबर मलीन होत, जिवें पानी तो बिना अंबर मैला हो जाता है। बिन तेल मिले जैसे केस हूँ भयान है, जे केसां विच तेल ना लाया जाए, कंघा ना फेरिया जाए तो मनुख दा जिहड़ा दिख जिहड़ी है वो डरावनी नज़र आउंदी। जैसे बिन मांजै दर्पण जोतहीन होत, बरखा बिहून जैसे खेत में ना धान है। जे तुसी शीशे नूं साफ ना करो तो फिर तुसी अपना फेस उहदे विच वेख नहीं सकते। आपां शीशे नूं साफ तां करके रखते हैं भी साडी तस्वीर, साडा चेहरा उहदे विच साफ आवे। असीं घर दे शीशे नूं हमेशा साफ करके रखते हैं। इसी तरह भाई गुरदास जी कहते भी जे किसी ने धान बीजिया होवे, झोना लाया होवे ते जे मींह ना पवे
ਤਾਂ ਫਿਰ ਉਹ ਖੇਤੀ ਨਹੀਂ ਹੁੰਦੀ, ਫਸਲ ਸੁੱਕ ਜਾਂਦੀ ਹੈ। ਭਾਵ ਕਿਸੇ ਤਰੀਕੇ ਨਾਲ ਪਾਣੀ ਨਾ ਲਾਇਆ ਜਾਵੇ ਤਾਂ ਫਿਰ ਫਸਲ ਕਿਸੇ ਕੰਮ ਦੀ ਨਹੀਂ। ਬਰਖਾ ਵਿਹੂਣ ਖੇਤ ਮੈਂ ਨਾ ਧਾਨ ਹੈ। ਅਗਲੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ। ਕੋਈ ਘਰ ਹੋਵੇ ਤੇ ਉਸ ਘਰ ਦੇ ਵਿੱਚ ਲਾਈਟ ਨਾ ਬਲਦੀ ਹੋਵੇ, ਦੀਵਾ ਨਾ ਬਲਦਾ ਹੋਵੇ, ਤੇ ਉਹ ਘਰ ਵੀ ਡਰਾਉਣਾ ਜਿਹਾ ਲੱਗਦਾ ਹੈ। ਉਹ ਘਰ ਵੀ ਡਰਾਉਣਾ ਜਿਹਾ ਲੱਗਦਾ ਹੈ। ਕਿਉਂ? ਉਸ ਘਰ ਦੇ ਵਿੱਚ ਕੋਈ ਦੀਵਾ ਨਹੀਂ, ਕੋਈ ਲਾਈਟ ਮੋਮਬੱਤੀ ਨਹੀਂ ਬਲਦੀ, ਤਾਂ ਫਿਰ ਉਹ ਘਰ ਵੀ ਜਿਹੜਾ ਹੈ ਚੰਗਾ ਨਹੀਂ ਲੱਗਦਾ। ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੋਨੇ ਘ੍ਰਿਤ ਬਿਨ ਭੋਜਨ ਸਵਾਦ ਹੈ। ਕਹਿਣ ਲੱਗੇ ਭੋਜਨ ਕਿੰਨਾ ਵੀ ਵਧੀਆ ਕਿਉਂ ਨਾ ਬਣਿਆ ਹੋਵੇ, ਜੇ ਭੋਜਨ ਵਿੱਚ ਘਿਓ ਤੇ ਲੂਣ ਨਾ ਪਾਇਆ ਜਾਵੇ ਤਾਂ ਉਹ ਭੋਜਨ ਖਾਣ ਲਾਇਕ ਨਹੀਂ ਰਹਿੰਦਾ। ਬੰਦਾ ਫਿਰ ਉਹ ਰਸ ਨਹੀਂ ਲੈ ਪਾਉਂਦਾ। ਕਿੰਨਾ ਵੀ ਵਧੀਆ ਭੋਜਨ ਤਿਆਰ ਕੀਤਾ ਜਾਵੇ, ਪਰ ਲੂਣ ਤੋਂ ਬਿਨਾ, ਘਿਓ ਤੋਂ ਬਿਨਾ ਭੋਜਨ ਦੀ ਮਹਾਨਤਾ ਨਹੀਂ ਬਣਦੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਆਖਦੇ ਨੇ, ਤੈਸੇ ਸਾਧ ਸੰਗਤ ਬਿਨ ਜਨਮ ਮਰਨ ਦੁੱਖ। ਸਾਧ ਸੰਗਤ ਤੋਂ ਬਿਨਾ ਮਨੁੱਖ ਸਦਾ ਹੀ ਜਨਮ ਤੇ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਮਨੁੱਖ ਦੀ ਭਟਕਣਾ ਕਦੇ ਵੀ ਖਤਮ ਨਹੀਂ ਹੋ ਸਕਦੀ। ਮਨੁੱਖੀ ਮਨ ਦੀ ਭਟਕਣਾ ਉਦੋਂ ਹੀ ਖਤਮ ਹੋਣੀ ਹੈ ਜੇ ਉਹਨੂੰ ਗੁਰੂ ਦਾ ਗਿਆਨ ਮਿਲ ਜਾਵੇ। ਤਾਂ ਗੁਰੂ ਦੇ ਗਿਆਨ ਤੋਂ ਬਿਨਾ, ਸਾਧ ਸੰਗਤ ਤੋਂ ਬਿਨਾ ਮਨੁੱਖ ਦੇ ਜੀਵਨ ਵਿੱਚ ਸਦਾ ਹੀ ਭਟਕਣਾ ਬਣੀ ਰਹੇ। ਤਾਂ ਭਾਈ ਗੁਰਦਾਸ ਜੀ ਆਖਦੇ ਨੇ, ਤੈਨੂੰ ਲੋੜ ਹੈ ਗੁਰੂ ਦੇ ਉਪਦੇਸ਼ ਦੀ, ਤੈਨੂੰ ਲੋੜ ਹੈ ਗੁਰੂ ਦੇ ਗਿਆਨ ਦੀ। ਗੁਰੂ ਦਾ ਗਿਆਨ ਹੀ ਤੇਰੇ ਇਸ ਭਟਕਦੇ ਹੋਏ ਮਨ ਨੂੰ ਟਿਕਾ ਸਕਦਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹਦੀ ਕਿਰਪਾ ਹੋ ਜਾਵੇ ਤੇ ਇਹ ਮਨ ਵਸ ਵਿੱਚ ਆ ਜਾਂਦਾ ਹੈ। ਸਤਿਗੁਰ ਕਿਰਪਾ ਕਰਨ, ਸਾਡੇ ਸਾਰਿਆਂ ਤੇ ਨਾਮ ਅਭਿਆਸੀ ਬਣੀਏ, ਸਿਮਰਨ ਕਰਦੇ ਰਹੀਏ, ਗੁਰਬਾਣੀ ਪੜ੍ਹਦੇ ਸੁਣਦੇ ਰਹੀਏ। ਇਹਦੇ ਨਾਲ ਸਾਡੇ ਅੰਦਰ ਦੀ ਇਕਾਗਰਤਾ ਜਿਹੜੀ ਆ ਉਹ ਬਣੀ ਰਹੇਗੀ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਬਾਕੀ ਮਨ ਦੇ ਪ੍ਰਥਾਈ ਆਪਾਂ ਕੱਲ ਹੋਰ ਵਿਚਾਰਾਂ ਸਾਂਝੀਆਂ ਕਰਾਂਗੇ। ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।